It's your body, Holy Baba. 2009 ਦੇ ਵਿੱਚ ਜਦੋਂ ਅਜੇ ਸਿੱਧੀ ਬਿਜਾਈ ਦੀਆਂ ਗੱਲਾਂ ਹੀ ਹੋ ਰਹੀਆਂ ਸੀ ਕਿ ਨਹੀਂ ਬਗੈਰ ਕੱਦੂ ਤੋਂ ਵੀ ਸਿੱਧੀ ਬਿਜਾਈ ਹੋ ਸਕਦੀ ਆ, ਹੋਣੀ ਚਾਹੀਦੀ ਆ, ਤੇ ਇਹਦਾ ਵੀ ਅਸੀਂ ਇੱਕ ਟਰਾਇਲ ਕੀਤਾ। ਉਸ ਤੋਂ ਬਾਅਦ ਜਿਹੜਾ ਉਹਨੇ ਫਸਲ ਨੇ ਫੁਟਾਰਾ ਕੀਤਾ, ਉਹਦੇ ਜਾੜੇ ਬਣੇ, ਉਹਨੇ ਇਸ ਗੱਲ ਹੀ ਪ੍ਰੇਰਿਤ ਕੀਤਾ ਕਿ ਨਹੀਂ ਇਹ ਝੋਨਾ ਜਿਹੜਾ ਆ ਇਹ ਪਾਣੀ ਦੀ ਫਸਲ ਨਹੀਂ ਗੀ। ਇਹਦੇ ਵਿੱਚ ਤਿੰਨ ਚੀਜ਼ਾਂ ਨੇ ਅਹਿਮ ਨੇ ਸਿੱਧੀ ਬਿਜਾਈ ਦੇ ਵਿੱਚ, ਜੋ ਨਿਚੋੜ ਮੈਂ ਤੁਹਾਨੂੰ ਅਗਰ ਦੱਸਾਂ ਤੇ ਸਭ ਤੋਂ ਜ਼ਰੂਰੀ ਕੰਮ ਇਹ ਆ ਕਿ 5-7 ਦਿਨ ਲੇਟ ਹੋ ਜਾਓ, ਪਰ ਜਿਹੜੀ ਤੁਹਾਡੀ ਤਿਆਰੀ ਆ ਨਾ, ਮੈਂ ਉਹਨੂੰ ਕਹਿੰਦਾ ਹੁੰਦਾ ਕਿ ਸਿੱਧੀ ਬਿਜਾਈ ਦੀ ਤਿਆਰੀ ਦੀ ਮਰਿਆਦਾ ਜਿਹੜੇ ਬੰਦੇ ਨੂੰ ਸਮਝ ਆ ਗਈ ਨਾ, ਉਹ ਫੇਲ ਨਹੀਂ ਹੋ ਸਕਦਾ। ਨਾ ਤੇ ਉਹਦੀ ਫਸਲ ਫੇਲ ਹੋਣੀ ਆ ਤੇ ਨਾ ਉਹਦਾ ਨਦੀਨਾਂ ਦੇ ਨਾਲ ਇੰਨਾ ਜ਼ਿਆਦਾ ਵਾਹ ਪੈਣਾ। ਜੀ ਜਿੱਥੋਂ ਤੱਕ ਤੇ ਮੇਰਾ ਤੇ ਮੇਰੇ ਸਾਥੀਆਂ ਦਾ ਤਜਰਬਾ ਆ, ਉਹਦੇ ਵਿੱਚ ਤੇ 101% ਮੈਂ ਯਕੀਨ ਨਾਲ ਮੈਂ ਨੰਬਰ ਦੇ ਸਕਦਾ, ਆਪਣੇ ਸਾਥੀਆਂ ਦੇ ਨਾਂ ਵੀ ਤੁਹਾਨੂੰ ਦੇ ਸਕਦਾ ਵਾਂ ਜਿਹੜੇ ਕੱਦੂ ਵਾਲੇ ਝੋਨੇ ਨਾਲੋਂ ਕੁਇੰਟਲ ਵੱਧ ਹੀ ਝਾੜ ਲੈ ਰਹੇ ਆ। ਤੇ ਜਿਹੜੀ ਸਿੱਧੀ ਬਿਜਾਈ ਦੇ ਨਾਲ ਜਦੋਂ ਝੋਨਾ ਜਾਂਦਾ ਮੰਡੀ ਦੇ ਵਿੱਚ ਜਾਂਦਾ, ਆਮ ਜਿਹੜਾ ਝੋਨਾ ਜਿਹੜਾ ਗਿਆ ਜਾਂ ਸਿੱਧੀ ਬਿਜਾਈ ਵਾਲਾ ਗਿਆ, ਉੱਥੇ ਵੀ ਕੋਈ ਰੇਟ ਦਾ ਵੀ ਕੋਈ ਫਰਕ ਹੁੰਦਾ? ਬੋਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਸਾਰੇ ਦਰਸ਼ਕਾਂ ਦੀ ਪੁਰਜੋਰ ਅਪੀਲ ਸੀ ਕਿ ਤੁਸੀਂ ਆਪਣੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਕਿਸਾਨੀ ਬਾਰੇ ਵੀ ਕੁਝ ਲੋਕਾਂ ਨੂੰ ਦੱਸਿਆ ਜਾਵੇ, ਕਿਉਂਕਿ ਕਿਸਾਨੀ ਬਾਰੇ ਦੱਸਣਾ ਵੀ ਬਹੁਤ ਅੱਜਕੱਲ੍ਹ ਜ਼ਰੂਰੀ ਹੈ, ਕਿਉਂਕਿ ਕਿਸਾਨੀ ਦੇ ਵਿੱਚ ਜੋ ਵੀ ਅਸੀਂ ਅਸੀਂ ਖਾਣੇ ਪੀਂਦੇ ਹਾਂ ਉਹ ਸਾਰਾ ਇੱਕ ਕਿਸਾਨ ਦੇ ਜ਼ਰੀਏ ਹੀ ਸਭ ਨੂੰ ਮਿਲਦਾ ਹੈ। ਤੇ ਆਓ ਆਪਾਂ ਗੱਲ ਕਰਦੇ ਹਾਂ ਗੁਰਵਿੰਦਰ ਸਿੰਘ ਬਾਜਵਾ ਜੀ ਦੇ ਨਾਲ, ਔਰ ਉਹਨਾਂ ਕੋਲ ਪੁੱਛਦੇ ਹਾਂ ਕਿ ਹੁਣ ਜਿਹੜਾ ਜੋ ਟਾਈਮ ਚੱਲ ਰਿਹਾ ਔਰ ਉਸ ਟਾਈਮ ਤੇ ਜਿਹੜਾ ਖਾਸ ਕਰਕੇ ਝੋਨਾ ਵਾ ਉਹ ਕਿਸ ਤਰ੍ਹਾਂ ਲਗਾਇਆ ਜਾ ਸਕਦਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਾਰਿਆਂ ਤੋਂ ਪਹਿਲਾਂ ਤੇ ਬੋਲੀ ਹੋਲੀ ਬਾਬਾ ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ। ਸ਼ਾਇਦ ਇਹ ਵੀ ਪਹਿਲੀ ਵਾਰ ਆ ਕਿ ਉਹ ਆਪ ਚੱਲ ਕੇ ਸਾਡੇ ਕੋਲ ਸਾਡੇ ਖੇਤਾਂ ਵਿੱਚ ਪਹੁੰਚੇ ਨੇ। ਤੇ ਸਿਆਣੇ ਕਹਿੰਦੇ ਹੁੰਦੇ ਆ ਕਿ ਪੜ੍ਹੇ ਲਿਖੇ ਨੂੰ ਫਾਰਸੀ ਕੀ ਤੇ ਹੱਥ ਕੰਗਣ ਨੂੰ ਆਰਸੀ ਕੀ। ਮੇਰਾ ਪਿੰਡ ਜਿਹੜਾ ਆ ਉਹ ਹੈਗਾ ਆ ਬਲਾਕ ਫਤਿਹਗੜ੍ਹ ਚੂੜੀਆਂ ਦੇ ਵਿੱਚ ਸਾਰਚੂਰ, ਤਹਿਸੀਲ ਬਟਾਲਾ, ਡਿਸਟ੍ਰਿਕਟ ਗੁਰਦਾਸਪੁਰ। ਔਰ ਹੋਰ ਵੀ ਜ਼ਿਆਦਾ ਮਜ਼ੇ ਦੀ ਗੱਲ ਇਹ ਆ ਕਿ ਜਿੱਥੇ ਆਪਾਂ ਇਸ ਵੇਲੇ ਖੜ੍ਹੇ ਆ, ਆ ਮੇਰੇ ਖੱਬੇ ਹੱਥ ਇਹ ਗੁਰਦਾਸਪੁਰ ਆ ਤੇ ਆ ਸੱਜੇ ਹੱਥ ਇਹ ਅੰਮ੍ਰਿਤਸਰ ਦੀ ਹੱਦ ਆ। ਦੋਨੇ ਪਾਸੇ ਜ਼ਮੀਨ ਆ। ਜਿਹੜਾ ਜਿਸ ਰਸਤੇ 'ਤੇ ਅਸੀਂ ਖੜ੍ਹੇ ਆ, ਇਹਨਾਂ ਦੋਵਾਂ ਜਿਹੜੇ ਜ਼ਿਲ੍ਹੇ ਆ ਉਹਨਾਂ ਦੋਵਾਂ ਦੀਆਂ ਹੱਦਾਂ ਨੂੰ ਵੰਡਦਾ। ਬਾਕੀ ਰਹੀ ਗੱਲ ਖੇਤੀ ਬਾਰੇ, ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਇਸ ਚੈਨਲ ਦੇ ਰਾਹੀਂ ਕਿ ਪੰਜਾਬ ਦੇ ਵਿੱਚ ਇਸ ਵਾਰ ਇੱਕ ਕ੍ਰਾਂਤੀ ਆਈ ਆ ਝੋਨੇ ਦੀ ਬਿਜਾਈ ਦੇ ਵਿੱਚ। ਬੜੀ ਚੁੱਪ ਚਪੀਤੇ ਜੀ ਆਈ ਆ। ਜਿੰਨਾ ਇਹਨੂੰ ਰਾਜ ਪੱਧਰ 'ਤੇ ਜਾਂ ਰਾਸ਼ਟਰੀ ਪੱਧਰ 'ਤੇ ਇਹਦਾ ਪ੍ਰਚਾਰ ਹੋਣਾ ਚਾਹੀਦਾ ਸੀਗਾ, ਜ਼ਿਕਰ ਹੋਣਾ ਚਾਹੀਦਾ ਸੀਗਾ, ਉਹ ਓਨਾ ਸ਼ਾਇਦ ਨਹੀਂ ਹੋਇਆ। ਫਿਰ ਵੀ ਮੈਂ ਇਸ ਟੀਮ ਦਾ ਧੰਨਵਾਦੀ ਹਾਂ ਜਿਹੜੇ ਬੋਲੀ ਹੋਲੀ ਬਾਬਾ ਵਾਲੇ ਇਸ ਚੀਜ਼ ਨੂੰ ਜਾਣਨ ਪਹੁੰਚੇ ਆ ਕਿ ਆਖਿਰਕਾਰ ਝੋਨੇ ਦੀ ਬਿਜਾਈ ਦੇ ਵਿੱਚ ਨਵਾਂ ਕੀ ਹੋਇਆ ਵਾ ਜਿਹਦੇ ਪੰਜਾਬ ਦੇ ਉੱਤੇ ਸਾਰਥਕ ਪ੍ਰਭਾਵ ਪੈ ਰਹੇ ਆ ਜਾਂ ਪੈਣਗੇ। ਮੈਂ ਜਿੱਥੋਂ ਤੱਕ ਆਪਣੇ ਬਾਰੇ ਥੋੜ੍ਹੀ ਜਿਹੀ ਅਰਜ਼ ਕਰਦਾ ਹਾਂ ਕਿ ਮੈਂ 2005 ਤੋਂ ਲੈ ਕੇ 2012 ਤੱਕ ਜਿਹੜੀ ਆਪਣੀ ਮਨਮਰਜ਼ੀ ਦੀ ਖੇਤੀ ਆ, ਜਿਹਨੂੰ ਕਹਿੰਦੇ ਸ਼ਾਇਦ ਮੈਂ ਉਹ ਸਮੇਂ ਤੋਂ ਪਹਿਲਾਂ ਕਰ ਲਈ ਆ, ਉਹ ਦੁਨੀਆ ਦੀਆਂ ਤਮਾਮ ਜੜੀਆਂ ਬੂਟੀਆਂ, ਗੰਨਾ, ਗੁੜ, ਹਲਦੀ, ਦਾਲਾਂ, ਸਬਜ਼ੀਆਂ, ਅਸੀਂ 7-8 ਸਾਲ ਇੱਕ ਜਲੰਧਰ ਜ਼ਿਲ੍ਹੇ ਦੇ ਵਿੱਚ ਨੂਰਮਹਿਲ ਇੱਕ NRI ਦੇ ਫਾਰਮ 'ਤੇ ਉਹ ਸਾਰਾ ਕੁਝ ਕੀਤਾ ਸੀ। ਔਰਗੈਨਿਕ ਖੇਤੀ ਦਾ ਜ਼ਿਆਦਾ ਸ਼ੌਂਕ ਸੀਗਾ ਕਿ ਜ਼ਹਿਰ ਮੁਕਤ ਖੇਤੀ ਕਰਨੀ ਆ। ਔਰ ਉਹਨਾਂ ਸਮਿਆਂ ਦੇ ਦੌਰਾਨ ਜਿਹੜੇ ਤਜਰਬਿਆਂ 'ਚੋਂ ਗੁਜ਼ਰੇ, ਜਿਹੜੀਆਂ ਸਫਲਤਾਵਾਂ ਅਸਫਲਤਾਵਾਂ ਮਿਲੀਆਂ, ਉਹ ਆਪਣੇ ਉਸਤਾਦਾਂ ਦੇ ਕਹਿਣ ਦੇ ਮੁਤਾਬਕ ਇੱਕ ਸਭ ਤੋਂ ਵੱਡਾ ਧਰਮ ਹੁੰਦਾ ਹੈ ਕਿਸਾਨ ਦਾ ਕਿ ਆਪਣੀ ਜਿਹੜੀ ਚੰਗੀ ਮਾੜੀ ਚੀਜ਼ ਆ ਉਹ ਆਪਣੇ ਭਾਈਚਾਰੇ ਦੇ ਨਾਲ ਵੰਡੇ। ਔਰ ਸਾਡੀ ਖਾਸ ਕਰਕੇ ਸ਼ੁਰੂ ਤੋਂ ਇਹ ਆਦਤ ਰਹੀ ਆ ਕਿ ਅਸੀਂ ਆਪਣੀ ਸਫਲਤਾ ਨਾਲੋਂ ਜਿਹੜੀ ਅਸਫਲਤਾ ਆ ਉਹਨੂੰ ਜ਼ਿਆਦਾ ਲੋਕਾਂ ਨਾਲ ਸਾਂਝਾ ਕੀਤਾ, ਤਾਂ ਕਿ ਮੇਰੇ ਜਿਹੜੇ ਛੋਟੇ ਕਿਸਾਨ ਵੀਰ ਆ ਉਹ ਨਾ ਕਿਸੇ ਦੇ ਸਬਜ਼ ਬਾਗ ਵਿੱਚ ਫਸ ਜਾਣ। ਇਸ ਸਿਲਸਿਲੇ ਦੇ ਵਿੱਚ ਹੀ ਜਦੋਂ ਮੈਂ ਜੜੀਆਂ ਬੂਟੀਆਂ ਦੇ ਵਿੱਚ ਇੱਕ ਜ਼ਬਰਦਸਤ ਘਾਟਾ ਖਾਧਾ 10-15 ਲੱਖ ਦਾ, ਜਿਹਦਾ ਕਿ ਅਜੇ ਤੱਕ ਮੈਂ ਉਹ ਕਰਜ਼ਾ ਦਿੰਦਾ ਆ ਰਿਹਾ ਹਾਂ,
ਉਹ ਕਿੰਨਾ ਕਾਰਨਾਂ ਕਰਕੇ ਖਾਧਾ। ਜਦੋਂ ਉਹਦੀ ਡੂੰਘਾਈ ਦੇ ਵਿੱਚ ਮੈਂ ਗਿਆ, ਉਸ ਚੱਕਰ ਦੇ ਵਿੱਚ ਮੈਂ ਦਿੱਲੀ, ਭੋਪਾਲ, ਇੰਦੌਰ, ਹੈਦਰਾਬਾਦ, ਕਰਨਾਟਕਾ, ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾਧੇ ਆ, ਮੱਧ ਪ੍ਰਦੇਸ਼ ਦੇ ਜੰਗਲਾਂ ਤੱਕ ਵੀ, ਰਾਏਪੁਰ ਤੱਕ ਵੀ। ਉਹ ਬਾਅਦ ਵਿੱਚ ਉਹਦਾ ਨਿਚੋੜ ਇਹੋ ਨਿਕਲਿਆ ਕਿ ਜਿਹੜਾ ਪੰਜਾਬ ਆ ਉਹ ਪੰਜਾਬ ਦੀਆਂ ਫਸਲਾਂ ਵਾਸਤੇ ਆ। ਇੱਥੇ ਜਿਹੜੀ ਬਾਹਰਲੀ ਫਸਲ ਆ ਉਹਨੂੰ ਲਿਆ ਕੇ ਇੱਥੇ ਪਾਲਣਾ ਤੁਸੀਂ ਲਾ ਵੀ ਲਓਗੇ, ਕਿਉਂਕਿ ਪੰਜਾਬੀ ਕਿਸਾਨ ਮਿਹਨਤੀ ਨੇ। ਲਾਉਣ ਨੂੰ ਤੇ ਇਹਨਾਂ ਨੇ ਇੱਥੇ ਬਦਾਮ ਦੇ ਬੂਟੇ ਤੇ ਸੇਬ ਦੇ ਬੂਟੇ ਵੀ ਲਾ ਦੇਣਗੇ, ਪਾਲ ਦੇਣਗੇ। ਜਿੱਦਾਂ ਮੈਂ ਸਫੇਦ ਮੂਸਲੀ, ਸਰਫਗੰਦਾ, ਅਸ਼ਵਗੰਧਾ, ਔਲੇ, ਐਲੋਵੇਰਾ, ਜਟਰੋਫਾ, ਜਾਮਾਰੋਜਾ, ਪਾਮਾਰੋਜਾ, ਇੱਦਾਂ ਦੀਆਂ ਚੀਜ਼ਾਂ ਅਸੀਂ ਉਗਾ ਲੀਆਂ। ਉਗਾ ਕੇ ਉਹਨੂੰ ਉਹਦੀ ਪ੍ਰੋਡਕਸ਼ਨ ਲੈਵਲ ਤੱਕ ਵੀ ਲੈ ਗਏ। ਪਰ ਹੋਇਆ ਇਹ ਕਿ ਉਹਦੇ ਵਿੱਚ ਉਹ ਤੱਤ ਹੀ ਨਹੀਂ ਬਣਿਆ ਜਿਹੜਾ ਚਾਹੀਦਾ। ਜਿਸ ਤਰ੍ਹਾਂ ਹੁਣ ਜਿਸ ਜਗ੍ਹਾ 'ਤੇ ਆਪਾਂ ਅੱਜ ਇੱਥੇ ਖੜ੍ਹੇ ਆ ਨਾ, ਇਹ ਉਹ ਇਲਾਕਾ ਵਾ ਜਿੱਥੋਂ ਦੀ ਜਿਹੜੀ ਬਾਸਮਤੀ ਆ ਉਹਦੀ ਇੰਟਰਨੈਸ਼ਨਲ ਲੈਵਲ 'ਤੇ ਮਾਨਤਾ ਆ, ਕਿਉਂਕਿ ਇਹ ਰਾਵੀ ਦਰਿਆ ਦੇ ਪਾਣੀ ਨਾਲ ਸਿੰਜਦਾ ਰਿਹਾ ਇਲਾਕਾ ਆ। ਇੱਥੇ ਨਜ਼ਦੀਕ ਹੀ ਇੱਥੋਂ ਜਿੱਥੇ ਆਪਾਂ ਖੜ੍ਹੇ ਆ, ਇੱਥੋਂ ਤਕਰੀਬਨ 400-500 ਮੀਟਰ ਦੂਰ ਹੀ ਅਪਰ ਬਾਰੀ ਦੁਆਬ ਨਹਿਰ ਆ, ਜਿਹੜੀ ਕਿ ਕਿਸੇ ਵੇਲੇ ਲਾਹੌਰ ਨੂੰ ਜਾਂਦੀ ਸੀਗੀ। ਸੋ ਇਹ ਪਾਣੀ ਦੀ ਖਾਸੀਅਤ ਕਰਕੇ ਇਹ ਜਿਹੜਾ GI ਟੈਗ ਮਿਲਿਆ ਹੋਇਆ ਇਸ ਇਲਾਕੇ ਦੀ ਬਾਸਮਤੀ ਨੂੰ, ਇਹ ਸਾਡੀ ਖਾਸੀਅਤ ਆ। ਇਹ ਹੁਣ ਜੇ ਕੋਈ ਕਵੇ ਵੀ ਮੈਂ ਇਹਨੂੰ ਮਾਲਵੇ ਦੇ ਬਠਿੰਡੇ ਦੇ ਵਿੱਚ ਜਾ ਕੇ ਪੈਦਾ ਕਰ ਲੂੰਗਾ, ਇਹ ਨਹੀਂ ਹੋਣੀ। ਸੋ ਉਹਨਾਂ ਦਿਨਾਂ ਦੇ ਤਜਰਬਿਆਂ ਦੇ ਦੌਰਾਨ ਹੀ 2005 ਦੇ ਵਿੱਚ ਮੈਂ ਵੱਟਾਂ ਵਾਲੇ ਝੋਨੇ ਦਾ ਤਜਰਬਾ ਕਰ ਲਿਆ ਸੀ, ਤੇ 2009 ਦੇ ਵਿੱਚ ਜਦੋਂ ਅਜੇ ਸਿੱਧੀ ਬਿਜਾਈ ਦੀਆਂ ਗੱਲਾਂ ਹੀ ਹੋ ਰਹੀਆਂ ਸੀ ਕਿ ਨਹੀਂ, ਬਗੈਰ ਕੱਦੂ ਤੋਂ ਵੀ ਸਿੱਧੀ ਬਿਜਾਈ ਹੋ ਸਕਦੀ ਆ, ਹੋਣੀ ਚਾਹੀਦੀ ਆ, ਤੇ ਇਹਦਾ ਵੀ ਅਸੀਂ ਇੱਕ ਟਰਾਇਲ ਕੀਤਾ। ਟਰਾਇਲ ਸਫਲ ਰਿਹਾ। ਉਹਨਾਂ ਦਿਨਾਂ ਦੇ ਵਿੱਚ ਨਦੀਨ ਪ੍ਰਬੰਧ ਕਰਨ ਵਾਲੀਆਂ ਇੰਨੀਆਂ ਦਵਾਈਆਂ ਵੀ ਨਹੀਂ ਸੀਗੀਆਂ, ਤੇ ਸੋ ਹੱਥ ਨਾਲ ਜਿਹੜੀ ਇੱਕ ਗੋਡੀ ਦਿੱਤੀ ਗਈ। ਉਹ ਤੋਂ ਬਾਅਦ ਜਿਹੜਾ ਉਹਨੇ ਫਸਲ ਨੇ ਫੁਟਾਰਾ ਕੀਤਾ, ਉਹਦੇ ਜਾੜੇ ਬਣੇ, ਉਹਨੇ ਇਸ ਗੱਲ ਹੀ ਪ੍ਰੇਰਿਤ ਕੀਤਾ ਕਿ ਨਹੀਂ, ਇਹ ਝੋਨਾ ਜਿਹੜਾ ਆ ਇਹ ਪਾਣੀ ਦੀ ਫਸਲ ਨਹੀਂ ਗੀ। ਇਸ ਝੋਨੇ ਨੇ ਬਹੁਤ ਤਬਾਹੀ ਮਚਾ ਦਿੱਤੀ ਆ ਸਾਡੇ ਪੰਜਾਬ ਦੇ ਵਿੱਚ। ਜਾਂ ਕਹਿ ਲਓ ਕਿ ਜਿਹੜੀ ਸਾਡੀ ਫਸਲੀ ਵਿਭਿੰਨਤਾ ਹੈ ਨਾ, ਜਾਂ ਮੈਂ ਆਪਣੀ ਗੱਲ ਹੀ ਕਰਾਂ ਕਿ ਜਿਹੜੇ ਹਾਲਾਤਾਂ ਦਾ ਮੈਂ ਸ਼ਿਕਾਰ ਹੋਇਆ ਤੇ ਮੈਂ ਘਾਟੇ 'ਚ ਗਿਆ, ਉਹਦਾ ਸਭ ਤੋਂ ਵੱਡਾ ਕਾਰਨ ਵੀ ਝੋਨਾ ਸੀ। ਕਿਉਂਕਿ ਝੋਨੇ ਕਰਕੇ, ਕੱਦੂ ਕਰਕੇ ਪੈਦਾ ਹੋਏ ਵਾਤਾਵਰਨ ਤੇ ਹੁਮਸ ਕਰਕੇ ਜਿਹੜਾ ਉਹ ਇੱਕ ਕਿਸਮ ਦਾ ਅਜੀਬ ਜਿਹਾ ਹੀ ਮਾਹੌਲ ਬਣਦਾ ਆ, ਉਹ ਕੀੜਿਆਂ ਮਕੌੜਿਆਂ ਵਾਲੀ ਤੇ ਉੱਲੀ ਆਸਤੇ ਬੜਾ ਮਾਫਕ ਹੁੰਦਾ ਆ। ਉਹਦੇ ਕਰਕੇ ਜਿਹੜੀਆਂ ਸਾਡੀਆਂ ਦੂਜੀਆਂ ਫਸਲਾਂ ਆ ਉਹਨਾਂ 'ਤੇ ਵੀ ਪ੍ਰਭਾਵ ਪਿਆ। ਔਰ ਇਹ ਕਣਕ ਝੋਨੇ ਦੇ ਸਰਕਲ ਨੇ ਜਿਹੜਾ ਸਾਡਾ 40-42 ਫਸਲਾਂ ਦਾ ਸਰਕਲ ਸੀਗਾ, ਕੈਲੰਡਰ ਸੀਗਾ, ਉਹ ਸਾਰਾ ਤੋੜਿਆ। ਕਿਉਂਕਿ ਇਹਦੀ ਘੱਟੋ ਘੱਟ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸਰਕਾਰ ਨੇ ਮਿਥੀ ਆ, ਹਰ ਇੱਕ ਬੰਦੇ ਨੂੰ ਇਹ ਲਾਲਚ ਵੀ ਹੁੰਦਾ, ਉਹਦੀ ਮਜਬੂਰੀ ਵੀ ਹੁੰਦੀ ਆ ਕਿ ਮੈਂ ਉਹ ਚੀਜ਼ ਲਾਵਾਂ ਜਿਹਦਾ ਮੈਨੂੰ ਭਾਅ ਮੌਕੇ 'ਤੇ ਮਿਲ ਜੂਗਾ। ਉਹ ਕਿਉਂਕਿ ਕਣਕ ਝੋਨੇ ਦਾ ਹੀ, ਇਸ ਕਰਕੇ ਨਾ ਇਹਨੇ ਸਿਰਫ ਸਾਡੀ ਫਸਲੀ ਵਿਭਿੰਨਤਾ ਨੂੰ ਸੱਟ ਮਾਰੀ, ਬਲਕਿ ਇਹਨੇ ਜਿਹੜੀਆਂ ਇਹ ਨਵੀਆਂ ਚੀਜ਼ਾਂ ਜਿਹੜੇ ਪੰਜਾਬੀ ਕਿਸਾਨ ਹੈ, ਨਵੀਆਂ ਚੀਜ਼ਾਂ ਨੂੰ ਅਡਾਪਟ ਕਰਨ ਵਿੱਚ ਬੜੇ ਮੋਹਰੀ ਹੁੰਦੇ ਨੇ। ਜਦੋਂ ਇਹਨਾਂ ਨੂੰ ਪਤਾ ਲੱਗੇ ਇਹਦੇ ਵਿੱਚ, ਇਸੇ ਤਰ੍ਹਾਂ ਮੇਰੇ ਅੰਦਰ ਵੀ ਇੱਕ ਐਕਸਾਈਟਮੈਂਟ ਸੀਗੀ ਕਿ ਮੈਂ ਕਣਕ ਝੋਨੇ ਦੇ ਸਰਕਲ 'ਚੋਂ ਨਿਕਲ ਕੇ ਤੇ ਨਵਾਂ ਕੰਮ ਕਰਨਾ ਹੈ। ਪਰ ਉਹਨਾਂ ਸਮਿਆਂ ਦੇ ਦੌਰਾਨ ਇਹ ਜਿਹੜੀਆਂ ਸਾਡੇ ਨਾਲ ਹੋਏ ਆ ਵਾਧੇ ਘਾਟੇ, ਉਹਨਾਂ ਤੋਂ ਸਬਕ ਸਿੱਖਦੇ ਹੋਏ ਤੇ ਜਦੋਂ ਇਹ ਝੋਨੇ ਦਾ ਟਰਾਇਲ ਸੀਗਾ ਇਹ ਸਫਲ ਸੀਗਾ। ਹੁਣ ਅਚਾਨਕ ਇੱਦਾਂ ਹੋਇਆ ਆ ਕਿ ਜਿਹੜੀ ਚੀਜ਼ ਇਹਦੀ ਜਿਹੜੀ ਟੈਕਨੋਲੋਜੀ ਆ ਉਹ ਤਕਰੀਬਨ 7-8 ਸਾਲ ਤੋਂ ਉਪਲਬਧ ਸੀਗੀ ਸਿੱਧੀ ਬਿਜਾਈ ਕਰਨ ਵਾਸਤੇ। ਪਰ ਆ ਜਦੋਂ ਅਸੀਂ ਵੈਸੇ ਤਾਂ ਪਾਣੀ ਬਾਰੇ, ਮਿੱਟੀ ਬਾਰੇ, ਰੁੱਖਾਂ ਬਾਰੇ ਤੇ 15 ਸਾਲ ਤੋਂ ਹੀ ਰੌਲਾ ਪਾਉਂਦੇ ਆ ਰਹੇ ਸੀਗੇ, ਪਰ ਕੋਈ ਖਾਸ ਉਹਦੇ 'ਤੇ ਕੰਨ ਨਹੀਂ ਸੀ ਧਰਦਾ। ਤੋ ਐਤਕਾਂ ਜਿਹੜੇ ਕਰੋਨਾ ਨੇ ਜਿਹੜੇ ਹਾਲਾਤ ਬਣਾਏ, ਇੱਥੋਂ ਪ੍ਰਵਾਸੀ ਜਿਹੜੇ ਸੀਗੇ ਪੰਜਾਬ 'ਚੋਂ ਬਾਹਰ ਚਲ ਗਏ, ਉੱਥੋਂ ਆ ਨਹੀਂ ਸਕਦੇ, ਲੋਕਾਂ ਨੂੰ ਫਿਕਰ ਪੈ ਗਿਆ ਕਿ ਕਣਕ ਝੋਨਾ ਕਿੱਦਾਂ ਲੱਗਣਾ ਆ। ਉਸ ਫਿਕਰ ਦੇ ਵਿੱਚੋਂ ਇਹ ਗੱਲ ਉਪਜੀ, ਤੇ ਜਦੋਂ ਕਿ ਆਪਾਂ ਘਰਾਂ 'ਚ ਤੜੇ ਹੋਏ ਸਾਂ, ਤਾਂ ਉਹ ਇੱਕ ਦਿਨ ਫੇਸਬੁੱਕ ਦੇ ਉੱਤੇ ਮੈਂ ਔਰ ਜਿਹੜੇ ਮੇਰੇ ਸਾਥੀ ਨੇ, ਮੈਂ ਇਸ ਗੱਲ ਦਾ ਜ਼ਰੂਰ ਜ਼ਿਕਰ ਕਰਾਂਗਾ ਕਿ ਇੱਕ ਸਾਡਾ ਗਰੁੱਪ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 15 ਛੋਟੇ ਕਿਸਾਨਾਂ ਦਾ, ਜਿਹਦਾ ਮਸ਼ਹੂਰ ਨਾਂ ਜਿਹੜਾ ਹੈਗਾ ਆ ਉਹ ਕਿਸਾਨ ਸੰਦ ਬੈਂਕ ਗਰੁੱਪ ਆ, ਵੈਸੇ ਉਹਨੂੰ YPFPO ਕਹਿੰਦੇ ਆ। ਔਰ ਜਿਹੜਾ ਇੱਕ ਸਾਡਾ ਸੋਸ਼ਲ ਮੀਡੀਆ ਦਾ ਗਰੁੱਪ ਆ, ਪੰਜਾਬ ਦਾ ਪਹਿਲਾ ਗਰੁੱਪ ਆ ਜੰਗ ਇਨੋਵੇਟਿਵ ਫਾਰਮਰ ਗਰੁੱਪ, ਉਹਦੇ ਵਿੱਚ ਵੀ ਜਿਹੜੇ ਮੇਰੇ ਕੁਝ ਸਾਥੀ ਸੀ ਜਿਹੜੇ ਆਪਣੀ ਮੌਜ ਨਾਲ, ਆਪਣੀ ਸੋਚ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਸੀ ਕਾਮਯਾਬੀ ਨਾਲ। ਉਹਨਾਂ ਸਾਰਿਆਂ ਦੇ ਤਜਰਬਿਆਂ ਨੂੰ ਇੱਕ ਥਾਂ ਕੱਢ ਕੇ ਤੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨਾਲ, ਆਪਣੇ ਕਿਸਾਨ ਭਰਾਵਾਂ ਨਾਲ ਜਦੋਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ, ਤੇ ਇੰਨਾ ਕੁ ਜ਼ਬਰਦਸਤ ਰਿਸਪੌਂਸ ਮਿਲਿਆ, ਇੰਨਾ ਕੁ ਲੋਕ ਮਗਰ ਚੰਬੜ ਗਏ ਕਿ ਉਹਨਾਂ ਨੇ ਕਿਹਾ ਕਿ ਨਹੀਂ, ਇਹ ਹੁਣ ਜੇ ਇਹ ਸਾਨੂੰ ਕਿਸੇ ਵੀ ਤਰ੍ਹਾਂ ਨਾਲ ਇਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ
ਪਹੁੰਚਾਉਣ ਦੀ ਸਾਨੂੰ ਵਿਧੀ ਦੱਸੋ। ਬਾਜਵਾ ਸਾਹਿਬ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਝੋਨੇ ਦੀ ਕਿ ਸਿੱਧੀ ਬਜਾਈ ਹੈ, ਉਹਦੀ ਵਿਧੀ ਕੀ ਹੈ? ਮੈਂ ਚਾਹਾਂਗਾ ਕਿ ਜਿਹੜੇ ਕਿਸਾਨ ਜਿਹੜੇ ਹੈਗੇ ਨੇ ਉਹਦਾ ਵੀ ਫਾਇਦਾ ਲੈਣ। ਮੈਂ ਚਾਹਾਂਗਾ ਕਿ ਉਹਨੂੰ ਥੋੜ੍ਹਾ ਡਿਟੇਲ ਦੇ ਵਿੱਚ ਥੋੜ੍ਹਾ ਦੱਸੋ ਕਿ ਕਿਸ ਤਰ੍ਹਾਂ ਸਿੱਧੀ ਬਜਾਈ ਹੁੰਦੀ ਹੈ। ਬਹੁਤ ਵਧੀਆ ਤੁਹਾਡਾ ਸਵਾਲ ਆ, ਔਰ ਇਹਦਾ ਜਵਾਬ ਦਿੰਦਿਆਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ। ਇਹਦੇ ਵਿੱਚ 3 ਚੀਜ਼ਾਂ ਨੇ ਸਵਿੰਦਰ ਜੀ, ਅਹਿਮ ਨੇ ਸਿੱਧੀ ਬਿਜਾਈ ਦੇ ਵਿੱਚ। ਜੋ ਨਿਚੋੜ ਮੈਂ ਤੁਹਾਨੂੰ ਅਗਰ ਦੱਸਾਂ ਤੇ ਇਹਦੇ ਵਿੱਚ ਹੁੰਦੀ ਆ 70% ਹੁੰਦੀ ਆ ਜ਼ਮੀਨ ਦੀ ਤਿਆਰੀ, 15% ਹੁੰਦੀ ਆ ਕਿ ਬਿਜਾਈ ਵੇਲੇ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ, ਕਿੰਨੀ ਸਟੀਕਤਾ ਨਾਲ ਬਿਜਾਈ ਕੀਤੀ, ਬਾਕੀ 15% ਆ ਕਿ ਤੁਸੀਂ ਇਹਦਾ ਨਦੀਨ ਪ੍ਰਬੰਧ ਕਿਵੇਂ ਕੀਤਾ। ਹੁਣ 70% ਬਿਜਾਈ ਦੇ ਵਿੱਚ ਇਹ ਆ ਕਿ ਤੁਸੀਂ ਹਰ ਹਾਲਤ ਕਣਕ ਦੀ ਵਢਾਈ ਤੋਂ ਬਾਅਦ, ਤੂੜੀ ਬਣ ਤੋਂ ਬਾਅਦ ਇਹਦੀ ਤਿਆਰੀ ਰੰਭਣੀ ਹੁੰਦੀ ਆ, ਔਰ ਜਿਹੜੀਆਂ 1-2 ਰੌਣੀਆਂ ਦੇ ਕੇ ਸ਼ੁਰੂਆਤੀ ਪੁਰਾਣਾ ਝੋਨਾ ਤੇ ਪੁਰਾਣਾ ਸਾਰਾ ਨਦੀਨ ਉਗਾ ਕੇ ਉਹਨੂੰ ਨਸ਼ਟ ਕਰਕੇ ਤੇ ਲੇਜਰ ਲੈਵਲ ਕਰਕੇ ਉਹ ਤੁਸੀਂ ਉਹਨੂੰ ਧੁੱਪ ਲਵਾਉਣੀ ਹੁੰਦੀ ਆ, ਜਿਹਨੂੰ ਸੋਲਰਾਈਜੇਸ਼ਨ ਕਹਿੰਦੇ ਨੇ, ਸੂਰਜੀ ਪ੍ਰਕਿਰਿਆ, ਜਿਹੜੀ ਕਿ ਜਿਹੜੀਆਂ ਉੱਲੀਆਂ ਨੇ ਜਾਂ ਜਿਹੜੇ ਜਰਾਇਮ ਨੇ ਉਹਨਾਂ ਨੂੰ ਸਾੜ ਦਿੰਦੀ ਆ ਧੁੱਪ। ਉਸ ਤੋਂ ਬਾਅਦ ਜਿਹੜੀ ਤਰੀਕ ਤੁਸੀਂ ਮਿਥ ਲਈ ਕਿ ਇੰਨੀ ਤਰੀਕ ਨੂੰ ਵੈਰਾਈਟੀ ਦੇ ਹਿਸਾਬ ਨਾਲ ਮੈਂ ਬਾਸਮਤੀ ਲਾਉਣੀ ਜਾਂ ਪਰਮਲ ਲਾਉਣੀ ਆ, ਉਦਣ ਤੁਸੀਂ, ਤੁਹਾਡੇ ਕੋਲ 2 ਆਪਸ਼ਨ ਆ। ਜਾਂ ਤਾਂ ਤੁਸੀਂ ਉਹਨੂੰ ਵੱਤਰ 'ਚ ਬੀਜ ਲਓ। ਵੱਤਰ 'ਚ ਬੀਜਣ ਵਾਸਤੇ ਇੱਕ ਮਸ਼ੀਨ ਆ ਜਿਹੜੀ ਉਹਨੂੰ ਕਹਿੰਦੇ ਨੇ ਲੱਕੀ ਸੀਡਰ ਡਰਿੱਲ, ਮੈਂ ਤੁਹਾਨੂੰ ਵਿਖਾਵਾਂਗਾ, ਜਿਹਦੇ ਨਾਲ ਕਿ ਅਸੀਂ ਸਾਰਾ ਜਿਹੜਾ ਰਕਬਾ ਇੱਥੇ 6.5 ਕਿੱਲੇ ਉਹਦੇ ਨਾਲ ਹੀ ਕੀਤਾ ਆ। ਉਹ ਵੱਤਰ ਦੇ ਵਿੱਚ ਨਾ ਸਿਰਫ ਝੋਨਾ ਕੇਰਦੀ ਆ, ਨਾਲ ਦੀ ਨਾਲ ਉਹਦੇ ਤੇ ਸਪਰੇਅ ਸਿਸਟਮ ਲੱਗਾ ਆ, ਉਹ ਨਾਲ ਹੀ ਉਹਦੇ ਤੇ ਨਦੀਨ ਪ੍ਰਬੰਧ ਦੀ, ਅਗਾਊਂ ਨਦੀਨ ਪ੍ਰਬੰਧ ਦੀ ਸਪਰੇਅ ਕਰ ਦਿੰਦੀ ਆ। ਜਿਸ ਤਰ੍ਹਾਂ ਕਿ ਆਪਾਂ ਗੱਲ ਸਮੇਂ ਦੀ ਕਰਦੇ ਹਾਂ ਕਿ ਸਮਾਂ, ਹਰ ਚੀਜ਼ ਦਾ ਸਮਾਂ ਹੈਗਾ। ਅਗਰ ਚਾਹੇ ਕਣਕ ਬੀਜਣੀ ਹੈ ਉਹਦਾ ਵੀ ਸਮਾਂ ਵਾ, ਝੋਨਾ ਬੀਜਣਾ ਉਹਦਾ ਵੀ ਸਮਾਂ ਵਾ। ਕਿ ਜਿਹੜੀ ਸਿੱਧੀ ਬਿਜਾਈ ਹੈ ਕਿ ਇਹ ਉਸ ਦੇ ਬਰਾਬਰ ਹੀ ਹੁੰਦੀ ਹੈ ਕਿ ਜਾਂ ਤੁਹਾਨੂੰ ਪਹਿਲੇ ਕਰਨਾ ਪੈਂਦਾ ਜਾਂ ਬਾਅਦ ਵਿੱਚ ਕਰਨਾ ਪੈਂਦਾ, ਜਿਹੜੀ ਖਾਸ ਕਰਕੇ ਸਰਕਾਰ ਵੱਲੋਂ ਵੀ ਕੁਝ ਡੇਟਾਂ ਜਿਹੜੀਆਂ ਹੈਗੀਆਂ ਅਨਾਉਂਸ ਕੀਤੀਆਂ ਜਾਂਦੀਆਂ? ਬਹੁਤ ਸ਼ਾਨਦਾਰ ਸਵਾਲ ਆ। ਮੇਰੇ ਖਿਆਲ ਦੇ ਵਿੱਚ ਨਾ ਇਹ ਸਵਾਲ ਅਜੇ ਤੱਕ ਮੈਨੂੰ ਇਸ ਤਰੀਕੇ ਕਿਸੇ ਨੇ ਪੁੱਛਿਆ ਹੀ ਨਹੀਂ। ਇਸ ਸਵਾਲ ਦੇ ਵਿੱਚ ਹੀ ਸਿੱਧੀ ਬਿਜਾਈ ਦੀ ਸਫਲਤਾ ਤੇ ਅਸਫਲਤਾ ਰੁਕੀ ਹੋਈ ਆ। ਇਹਦੇ ਵਿੱਚ 2 ਧਿਰਾਂ ਦਾ ਰੋਲ ਬੜਾ ਅਹਿਮ ਹੈ ਸਵਿੰਦਰ ਜੀ। ਇੱਕ ਤਾਂ ਸਰਕਾਰ ਨੂੰ ਨਾ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਬਿਜਲੀ ਦੇਣੀ ਪਏਗੀ, ਔਰ ਬਿਜਲੀ ਦੇਣ ਵਾਸਤੇ ਜਿਹੜੀ ਜਾਂ ਕਹਿ ਲਓ 1 ਮਈ ਤੋਂ, ਔਰ ਜਿਹੜਾ ਬਿਜਲੀ ਬੋਰਡ ਆ ਉਹਨੂੰ ਆਪਣੀ ਜਿਹੜੀ ਟਰਾਂਸਮਿਸ਼ਨ ਹੈ ਉਹ 'ਚ ਸੁਧਾਰ ਲਿਆਉਣੇ ਪੈਣਗੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਡਰ ਕਰਕੇ ਇਹ ਲਾਈਟ ਬੰਦ ਹੀ ਕਰ ਛੱਡਦੇ ਆ। ਇਹਦੀ ਤਿਆਰੀ ਦੇ ਵਿੱਚ ਜਿਹੜਾ ਪਾਣੀ ਆ ਪਹਿਲਾਂ ਬੜਾ ਅਹਿਮ ਹੈ, ਔਰ ਇਹ ਜਿਹੜੀਆਂ ਲੰਬੀ ਵੈਰਾਈਟੀ ਵਾਲੀਆਂ, ਲੰਬੀ ਦੂਰੀ ਵਾਲੀਆਂ ਜਿਹੜੀਆਂ ਕੁਝ ਕਿਸਮਾਂ ਨੇ ਨਾ, ਜਿਨ੍ਹਾਂ 'ਤੇ ਸ਼ਾਇਦ ਹੁਣ ਗਾਂ ਪਾਬੰਦੀ ਲੱਗ ਜੂਗੀ, ਜਿੱਦਾਂ ਮਾਲਵੇ ਦੇ ਵਿੱਚ ਪੂਸਾ 44, ਪੀਲੀ ਪੂਸਾ, ਉਹ ਤਾਂ ਲੋਕਾਂ ਨੇ 10 ਮਈ ਤੋਂ ਵੀ ਆਰੰਭ ਕਰ ਲਈ। ਪਰ ਮੇਰਾ ਇਹ ਮੰਨਣਾ ਆ ਕਿ ਜੇ ਕੱਦੂ ਵਾਲੀ ਝੋਨੇ ਦੀ ਤਰੀਕ ਪੰਜਾਬ ਸਰਕਾਰ ਨੇ 10 ਜੂਨ ਦੀ ਮਿਤੀ ਹੋਈ ਆ, ਤੇ ਇਹਦਾ ਮਤਲਬ ਆ ਕਿ ਆਪਾਂ 30 ਦਿਨ ਦੀ ਪਨੀਰੀ ਜਿਹੜੀ ਆ ਉਹ ਤਕਰੀਬਨ ਆਪਾਂ ਲਾਉਨੇ ਆ, 25-30 ਦਿਨ ਦੀ। 10 ਜੂਨ ਤੋਂ 10 ਦਿਨ ਜੂਨ ਦੇ ਤੇ 20 ਦਿਨ ਹੋਰ ਪਿੱਛੇ ਆ ਜਾਓ, ਇਹਦਾ ਮਤਲਬ ਆ ਕਿ ਅਸੀਂ 10 ਤੋਂ 15 ਮਈ ਤੋਂ ਜਿਹੜੀ ਸਿੱਧੀ ਬਿਜਾਈ ਆ ਉਹ ਸਾਨੂੰ ਆਰੰਭ ਕਰਨੀ ਚਾਹੀਦੀ ਆ। ਬਾਸਮਤੀ ਕਿਸਮਾਂ ਤੇ ਜਿਹੜੀਆਂ 1509 ਆ, 17, 18, 11, 21 ਆ, 1401 ਆ, ਉਹਦੇ ਵਾਸਤੇ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ, ਉਹਨੂੰ ਜੂਨ 'ਚ ਹੀ ਆ ਕੇ ਬੀਜੋ। ਪਰ ਸਭ ਤੋਂ ਜ਼ਰੂਰੀ ਕੰਮ ਇਹ ਆ ਕਿ 5-7 ਦਿਨ ਲੇਟ ਹੋ ਜਾਓ, ਪਰ ਜਿਹੜੀ ਤੁਹਾਡੀ ਤਿਆਰੀ ਆ ਨਾ, ਮੈਂ ਉਹਨੂੰ ਕਹਿੰਦਾ ਹੁੰਦਾ ਕਿ ਸਿੱਧੀ ਬਿਜਾਈ ਦੀ ਤਿਆਰੀ ਦੀ ਮਰਿਆਦਾ ਜਿਹੜੇ ਬੰਦੇ ਨੂੰ ਸਮਝ ਆ ਗਈ ਨਾ, ਉਹ ਫੇਲ ਨਹੀਂ ਹੋ ਸਕਦਾ। ਨਾ ਤੇ ਉਹਦੀ ਫਸਲ ਫੇਲ ਹੋਣੀ ਆ, ਤੇ ਨਾ ਉਹਦਾ ਨਦੀਨਾਂ ਦੇ ਨਾਲ ਇੰਨਾ ਜ਼ਿਆਦਾ ਵਾਹ ਪੈਣਾ। ਬਹੁਤੇ ਲੋਕੀ ਨਦੀਨਾਂ ਕਰਕੇ ਹੀ ਹੌਸਲਾ ਛੱਡ ਜਾਂਦੇ ਸੀ। ਹੁਣ ਤੇ ਬਹੁਤ ਸਾਰੀਆਂ ਦਵਾਈਆਂ ਨੇ ਜਿਹਦੇ ਨਾਲ ਕੰਟਰੋਲ ਕੀਤਾ ਜਾ ਸਕਦਾ। ਸੋ ਇਹਦੀ ਜਿਹੜੀ ਬਿਜਾਈ ਆ ਉਹ 15 ਮਈ ਤੋਂ ਲੈ ਕੇ ਤੇ 30 ਜੂਨ ਤੱਕ ਹੋ ਸਕਦੀ ਆ। ਉਹਦੇ ਨਾਲ ਆਪਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਹੁਮਸ ਹੈ, ਹੁਮਸ ਜਿਹੜਾ ਹੈਗਾ ਉਹ ਵੀ ਬੜਾ ਪ੍ਰਭਾਵ ਪਾਉਂਦਾ ਫਸਲ ਦੇ ਉੱਤੇ। ਕੀ ਮੈਂ ਚਾਹਾਂਗਾ ਕਿ ਕਿਸਾਨ ਵੀਰਾਂ ਨੂੰ ਤੁਸੀਂ ਉਹ ਵੀ ਦੱਸੋ ਕਿ ਆਪਾਂ ਉਹਦੇ ਤੋਂ ਵੀ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ? ਵੇਖੋ ਜੀ, ਹੁਮਸ ਤੋਂ ਛੁਟਕਾਰਾ ਪਾਉਣ ਦਾ ਹੀ ਸਭ ਤੋਂ ਵਧੀਆ ਤੇ ਇੱਕਮਾਤਰ ਜ਼ਰੀਆ ਹੀ ਇਹੋ ਆ ਕਿ ਜਾਂ ਤੁਸੀਂ ਝੋਨਾ ਜਿਹੜਾ ਆ ਉਹ ਨੂੰ ਸਿੱਧੀ ਬਿਜਾਈ ਕਰੋ, ਜਾਂ ਉਹਨੂੰ ਤੁਸੀਂ ਵੱਟਾਂ 'ਤੇ ਸਿੱਧੀ ਬਿਜਾਈ ਕਰ ਲਓ। ਉਹਦਾ ਕਾਰਨ ਇਹ ਆ ਕਿ ਜਿਹੜਾ ਕੱਦੂ ਕਰਕੇ ਲੱਗਾ ਹੋਇਆ ਝੋਨਾ ਆ, ਉਹ ਆ ਸਾਰਿਆਂ ਤੋਂ ਵੱਡਾ ਕਾਰਨ ਹੁਮਸ ਦਾ। ਜਦੋਂ ਅਸੀਂ ਸੁਹਾਗਾ ਮਾਰ ਦਿੰਦੇ ਆ 4 ਇੰਚ ਦੀ ਲੇਅਰ ਤੇ ਪਾਣੀ ਖੜ ਜਾਂਦਾ ਤੇ ਪਾਣੀ ਥੱਲੇ ਜੀਰਦਾ ਨਹੀਂ, ਉੱਤੇ ਧੁੱਪ ਹੁੰਦੀ ਆ, ਤੇ ਉਹ ਜਿਹੜੀ ਵੈਪੋਰੇਸ਼ਨ ਹੈ, ਜਿਹਨੂੰ ਅਸੀਂ ਵਾਸ਼ਪੀਕਰਨ ਕਹਿੰਦੇ ਆ, ਉਹ ਉੱਡ ਕੇ ਉੱਪਰ ਨੂੰ ਜਾਂਦਾ ਆ। ਉਹਦੇ ਵਿੱਚ ਹੀ ਪਾਣੀ 'ਚ ਪਈ ਹੋਈ ਖਾਦ, ਸਪਰੇਅ, ਜ਼ਹਿਰਾਂ, ਸਾਰਾ ਜਿਹੜਾ ਉਹ ਵੀ ਅਸਰ ਜਾਂਦਾ ਆ।
ਉਹ ਇੱਕ ਅਜੀਬ ਜਿਹਾ ਹੀ ਮਾਹੌਲ ਬਣ ਜਾਂਦਾ ਹੈ, ਜਿਹਦੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਆ ਤੇ ਲਿਚਾ ਜਿਹਾ ਵਾਤਾਵਰਨ ਹੋ ਜਾਂਦਾ ਆ, ਜਿਹੜਾ ਕਿ ਕੀੜਿਆਂ ਮਕੌੜਿਆਂ ਤੇ ਉੱਲੀ ਵਾਸਤੇ ਇੰਨਾ ਕੁ ਜ਼ਿਆਦਾ ਮੁਫੀਦ ਹੁੰਦਾ ਆ। ਉਹ ਜ਼ਬਰਦਸਤ ਹਰ ਚੀਜ਼ 'ਤੇ ਅਟੈਕ ਕਰ ਦਿੰਦੇ, ਜਿਹੜੀ ਵੀ ਫਸਲ ਹੋਵੇ। ਹੁਣ ਜਿਹੜੀ ਸਿੱਧੀ ਬਿਜਾਈ ਆ, ਇਹਦੇ ਵਿੱਚ ਜੋ ਮੋਟੇ ਤੌਰ 'ਤੇ ਅਸੀਂ ਵੇਖਿਆ ਕਿ 30% ਪਾਣੀ ਦੀ ਬਚਤ ਹੈ ਇਹਦੇ ਵਿੱਚ। ਔਰ ਜੋ ਪੰਜਾਬ ਦੇ ਖੇਤੀ ਸੈਕਟਰੀ ਨੇ ਇਸ ਵੇਲੇ, ਸਾਡੀ ਖੁਸ਼ਕਿਸਮਤੀ ਆ ਸਰਦਾਰ ਕਾਹਨ ਸਿੰਘ ਜੀ ਪੰਨੂ ਸੀਨੀਅਰ IAS ਅਫਸਰ, ਉਹਨਾਂ ਨੇ ਅੰਕੜੇ ਕੱਢਿਆ। ਇਹ ਜਿੰਨਾ ਵੀ ਸਿੱਧੀ ਬਿਜਾਈ ਦੀ ਲਹਿਰ ਆ ਜਾਂ ਜਿੰਨਾ ਵੀ ਪ੍ਰਚਾਰ ਪ੍ਰਸਾਰ ਹੈ ਜਾਂ ਮੇਰੇ ਵਰਗੇ ਬੰਦਿਆਂ ਨੇ ਇਹ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਇਹਦੇ ਪਿੱਛੇ ਸਾਰੀ ਉਹਨਾਂ ਦੀ ਪ੍ਰੇਰਨਾ ਹੀ। ਉਹਨਾਂ ਨੇ ਰਾਤ ਦਿਨ ਇੱਕ ਕਰਕੇ ਮਸ਼ੀਨਾਂ ਦੇ ਮਾਮਲੇ 'ਚ ਪੁਰਾਣੀਆਂ ਮਸ਼ੀਨਾਂ ਨੂੰ ਮੋਡੀਫਿਕੇਸ਼ਨ ਕਰਨ ਦੇ ਮਾਮਲੇ ਦੇ ਵਿੱਚ ਕੰਮ ਕੀਤਾ ਤਾਂ ਕਿ ਕਿਸਾਨਾਂ ਨੂੰ ਪ੍ਰੋਬਲਮ ਨਾ ਆਵੇ। ਨਵੀਆਂ ਮਸ਼ੀਨਾਂ 'ਤੇ ਸਬਸਿਡੀ ਇਸ਼ੂ ਕਰਵਾਈ ਆ। ਸੋ ਇਹਦੇ ਵਿੱਚ ਉਹਨਾਂ ਨੇ ਇੱਕ ਕੈਲਕੂਲੇਟ ਕੀਤਾ ਆ ਕਿ 6000 ਰੁਪਈਆ ਉਹਨਾਂ ਦੇ ਦੱਸਣ ਦੇ ਮੁਤਾਬਕ ਤੇ ਸਿੱਧਾ ਹੀ ਖਰਚਾ ਜਿਹੜਾ ਬਚਦਾ। ਮੈਨੂੰ ਪੁੱਛੋ ਤੇ ਉਹ 8000 ਤੱਕ ਆ। ਔਰ ਜੋ ਅੰਕੜੇ ਇਸ ਵੇਲੇ ਆ ਰਹੇ ਆ 25 ਤੋਂ 30% ਰਕਬੇ ਦੇ ਕਰੀਬਨ 75 ਲੱਖ ਏਕੜ ਜਿਹੜਾ ਝੋਨਾ ਆ ਬਾਸਮਤੀ ਆ ਉਹ ਪੰਜਾਬ ਦੇ ਵਿੱਚ ਲੱਗਦੀ ਆ। ਉਹਦਾ ਤੁਸੀਂ 25-30% ਲਾ ਲਓ ਤੇ 19-20 ਲੱਖ ਏਕੜ ਜਿਹੜਾ ਉਹ ਬਣਦਾ ਆ। 19-20 ਲੱਖ ਏਕੜ ਨੂੰ ਤੁਸੀਂ 6000 ਨਾਲ ਵੀ ਗੁਣਾ ਦੇ ਲਓ, ਕਰੀਬਨ 1200-1300 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਜੇਬ 'ਚੋਂ ਜਿਹੜਾ ਨਿਕਲਣਾ ਸੀ ਉਹ ਬਚਿਆ। ਔਰ ਜਿਹੜਾ 30% ਪਾਣੀ ਆ ਨਾ, ਉਹਦੀ ਕੋਈ ਕੈਲਕੂਲੇਸ਼ਨ ਨਹੀਂ ਆ। ਉਹਦਾ ਕਾਰਨ ਇਹ ਆ, ਬਹੁਤ ਸਾਰੇ ਵੀਰ ਕਹਿੰਦੇ ਨਹੀਂ ਪਾਣੀ ਤੇ ਇਹਨੂੰ ਵੀ ਉਨਾ ਲੱਗਦਾ। ਇਹਦੇ 'ਚ ਵੱਡਾ ਫਰਕ ਵੇਖੋ, ਇਹ 'ਚ ਪਾਣੀ ਰੁਕਦਾ ਨਹੀਂਗਾ। ਜੋ ਵੀ ਪਾਣੀ ਤੁਸੀਂ ਲਾਇਆ, ਜਿੰਨਾ ਵੀ ਉੱਤੋਂ ਬਾਰਿਸ਼ ਹੋਈ ਉਹਨੇ ਜ਼ੀਰ ਕੇ ਥੱਲੇ ਜਾਣਾ ਆ। ਉਹਦੇ ਨਾਲ ਕੀ ਆ, ਮਿੱਟੀ ਦੀ ਲੇਅਰ ਜਿਹੜੀ ਆ ਉਹ ਭੁਰਭੁਰੀ ਤੇ ਜ਼ਿਆਦਾ ਵੱਡੀ ਹੁੰਦੀ ਆ, ਨਾ ਸਿਰਫ 4 ਇੰਚ ਤੱਕ ਨਹੀਂ ਰਹਿੰਦੀ ਉਹ। ਔਰ ਇਸੇ ਗੱਲ ਦਾ ਫਾਇਦਾ ਜਿਹੜਾ ਆ ਉਹ ਅਗਲੀ ਫਸਲ ਨੂੰ ਵੀ ਹੁੰਦਾ ਆ। ਇਹ ਰੀਚਾਰਜ ਸਿਸਟਮ ਜਿਹੜਾ ਆ, ਜਿੰਨਾ ਵੀ ਉੱਤੋਂ ਬਾਰਿਸ਼ ਆ ਜਾਂ ਪਾਣੀ ਵਾਧੂ ਆ ਉਹ ਜ਼ਮੀਨ ਸੋਖ ਲੈਂਦੀ ਆ। ਜਿਹੜੀ ਫਸਲ ਆ ਉਹਦੀਆਂ ਜੜ੍ਹਾਂ ਨੂੰ ਹਵਾ ਲੱਗਦੀ ਰਹਿੰਦੀ ਆ। ਹੁਣ ਮੈਂ ਤੁਹਾਨੂੰ ਵਿਖਾਵਾਂਗਾ, ਇੱਥੇ ਲਾਗੇ ਕੱਦੂ ਵਾਲੇ ਝੋਨੇ ਵੀ ਤੁਹਾਡੇ ਹੈਗੇ ਆ ਤੇ ਸਾਡਾ ਸਿੱਧੀ ਬਿਜਾਈ ਵਾਲਾ ਵੀ ਹੈਗਾ ਆ। ਤੇ ਤੁਸੀਂ ਆਪਣੇ ਹੱਥੀਂ ਉਹਦੀਆਂ ਜਿਹੜੀਆਂ ਸ਼ਾਖਾਵਾਂ ਨੇ, ਉਹਦੀ ਟੈਲਰਿੰਗ ਆ, ਉਹ ਗਿਣ ਕੇ ਦੇਖ ਲਿਓ ਤੇ ਆਪਣੇ ਆਪ ਹੀ ਸਾਰਾ ਕੁਝ ਸਾਹਮਣੇ ਆ ਜਾਣਾ। ਬਾਜਵਾ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਕਿਸਾਨਾਂ ਨੂੰ ਇਸ ਦਾ ਜਿਹੜਾ ਹੈਗਾ ਲਾਭ ਵੀ ਮਿਲੇਗਾ ਜੋ ਅਸੀਂ ਦੇਖ ਰਹੇ ਹਾਂ। ਲੇਕਿਨ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਹੁਣ ਜਿਹੜਾ ਸਿੱਧੀ ਬਿਜਾਈ ਹੈ, ਸਿੱਧੀ ਬਿਜਾਈ ਵੀ ਹੈ ਤੇ ਜਿਹੜੀ ਦੂਸਰੀ ਬਿਜਾਈ ਹੈ ਜਿਹੜੀ ਆਮ ਲੋਕੀ ਸਾਰੇ ਕਰ ਰਹੇ ਨੇ, ਉਹਦਾ ਖਾਸ ਕਰਕੇ ਇਹਦਾ ਜਿਹੜਾ ਝਾੜ ਹੈ, ਉਹ ਝਾੜ ਦੇ ਵਿੱਚ ਵੀ ਕੋਈ ਫਰਕ ਹੁੰਦਾ ਹੈ ਕਿ ਜਾਂ ਬਰਾਬਰ ਦਾ ਹੁੰਦਾ ਹੈ? ਵੇਖੋ ਜੀ, ਜਿੱਥੋਂ ਤੱਕ ਤੇ ਮੇਰਾ ਤੇ ਮੇਰੇ ਸਾਥੀਆਂ ਦਾ ਤਜਰਬਾ ਆ, ਉਹਦੇ ਵਿੱਚ ਤੇ 101% ਮੈਂ ਯਕੀਨ ਨਾਲ ਮੈਂ ਨੰਬਰ ਦੇ ਸਕਦਾ। ਆਪਣੇ ਸਾਥੀਆਂ ਦੇ ਨਾਂ ਵੀ ਤੁਹਾਨੂੰ ਦੇ ਸਕਦਾ ਵਾਂ ਜਿਹੜੇ ਕੱਦੂ ਵਾਲੇ ਝੋਨੇ ਨਾਲੋਂ ਕੁਇੰਟਲ ਵੱਧ ਹੀ ਝਾੜ ਲੈ ਰਹੇ ਆ। ਬਾਕੀ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਨਾ, ਉਹ ਅੱਜ ਸਿਰਫ 1 ਮਹੀਨਾ ਹੋਰ ਰਹਿ ਗਿਆ। ਉਹ ਤੁਹਾਨੂੰ ਅਕਤੂਬਰ 'ਚ ਆਪਣੇ ਆਪ ਮਿਲੇਗਾ। ਮੈਂ ਤੁਹਾਨੂੰ ਸੱਦਾਂਗਾ ਇੱਥੇ, ਜਦੋਂ ਕੰਬਾਈਨ ਚੱਲੇਗੀ, ਕੰਬਾਈਨ ਤੋਂ ਟਰਾਲੀ ਜੋ ਵੀ ਭਰੇਗੀ, ਜੋ ਵੀ ਦਾਣੇ ਹੋਣਗੇ, ਜੋ ਵੀ ਮੰਡੀ 'ਚ ਤੁਲੇਗਾ, ਜਿੰਨੇ ਵੀ ਮੇਰੇ ਸਾਥੀ ਨੇ ਸਾਰੇ ਪੰਜਾਬ 'ਚ, ਸਾਰੇ ਨਾਰਥ ਇੰਡੀਆ ਦੇ ਵਿੱਚ, ਸਾਰਿਆਂ ਨੂੰ ਇਹੋ ਬੇਨਤੀ ਕੀਤੀ ਹੋਈ ਆ ਕਿ ਤੁਸੀਂ ਜਿਹੜਾ ਝਾੜ ਆ ਉਹਦੇ 'ਚ 1 ਵੀ ਪੈਸੇ ਦਾ 1 ਕਿਲੋ ਦਾ ਲੁਕਾ ਨਹੀਂ ਕਰਨਾ, ਉਹ ਰੱਖਣਾ ਆ। ਉਹਨੂੰ ਹੀ ਤੇ ਆਪਾਂ ਬਾਅਦ ਵਿੱਚ ਗਿਣਤੀ ਮਿੰਤੀ ਕਰਨੀ ਆ। ਮੈਂ ਇੱਕ ਬੇਨਤੀ ਕਰਦਾ ਵਾਂ, ਅਸਲ ਦੇ ਵਿੱਚ ਝਾੜ ਹੁਣ ਨਹੀਂ ਵਧਣੇ ਜਿੱਦਾਂ ਦਾ ਹਿਸਾਬ ਹੋ ਗਿਆ। ਅਸੀਂ ਆਪਣੀ ਬੱਚਤ ਜਿਹੜੀ ਆ ਨਾ ਉਹ ਵਧਾ ਸਕਦੇ ਹਾਂ। ਬੱਚਤ ਵੀ ਇੱਕ ਕਮਾਈ ਆ। ਅਸੀਂ ਆਪਣੇ ਪਾਣੀ ਦੀ ਬੱਚਤ, ਖਾਦਾਂ ਸਪਰੇਆਂ ਦੀ ਬੱਚਤ, ਪੈਸੇ ਦੇ ਸਾਧਨਾਂ ਦੀ ਬੱਚਤ, ਜੇ ਤੇ ਉਹਨੂੰ ਲੈ ਕੇ ਚੱਲਾਂਗੇ, ਜਾਂ ਇਹਨੂੰ ਮੈਂ ਸਾਦੇ ਤੌਰ ਤੇ ਸਮਝਾਵਾਂ, ਇੱਕ ਆਦਮੀ ਕਿੱਲੇ ਤੇ 30000 ਰੁਪਈਆ ਖਰਚ ਕਰਕੇ 70000 ਦੀ ਫਸਲ ਕੱਢ ਰਿਹਾ, ਇੱਕ ਆਦਮੀ 10000 ਰੁਪਈਆ ਖਰਚ ਕਰਕੇ 50000 ਦੀ ਕੱਢ ਲਿਆ, ਤੇ ਇਹਦਾ ਮਤਲਬ ਆ ਕਿ 10000 ਵਾਲਾ ਜਿਹੜਾ ਆ ਉਹ ਜ਼ਿਆਦਾ ਸਿਆਣਾ ਆ। ਸਾਨੂੰ ਤਗਮੇ ਦੀ ਦੌੜ 'ਚੋਂ ਬਾਹਰ ਨਿਕਲ ਜਾਣਾ ਚਾਹੀਦਾ ਆ ਕਿ ਮੇਰਾ ਜੀ 10 ਪਿੰਡਾਂ 'ਚ ਜ਼ਿਕਰ ਹੋਊਗਾ ਜੀ ਇਹਦਾ 34 ਕੁਇੰਟਲ ਝੋਨਾ ਨਿਕਲਿਆ, ਤੇ 34 ਕੁਇੰਟਲ ਝੋਨਾ ਜੇ 25000 ਖਰਚਾ ਤੇ ਸਤਿਆਨਾਸ਼ ਕਰਕੇ ਜ਼ਮੀਨ ਦਾ, ਪਾਣੀ ਦਾ, ਖਾਦਾਂ ਪਾ ਕੱਢਣਾ ਆ, ਤੇ ਉਹਦੇ ਵਿੱਚ ਤੇ ਮੇਰੇ ਹਿਸਾਬ ਨਾਲ ਕੋਈ ਸਿਆਣਪ ਨਹੀਂ ਹੈਗੀ। ਜਿਹੜੀ ਸੁਭਾਵਕ ਰੂਪ 'ਚ ਕੁਦਰਤ ਆਪਣਾ ਕੰਮ ਕਰਦੀ ਆ, ਜਿਸ ਤਰ੍ਹਾਂ ਕਿ ਆ ਸਿੱਧੀ ਬਿਜਾਈ ਦੇ ਵਿੱਚ ਵੀ ਜਿਹੜੀ ਪਹਿਲੀ 35 ਦਿਨਾਂ ਦੀ ਫਸਲ ਆ ਨਾ, ਉਹ ਇੰਨੀ ਕੁ ਬੇਰੌਣਕੀ ਤੇ ਐਂ ਲੱਗਦਾ ਵੀ ਇਹ ਕੀ ਮੈਂ ਪੰਗਾ ਲੈ ਲਿਆ। ਬਹੁਤ ਸਾਰੇ ਵੀਰਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਬੀਜੀ ਵੀ, ਉਹਨਾਂ ਦੀ ਉੱਗ ਵੀ ਚੰਗੀ ਭਲੀ ਗਈ, ਤੇ ਬਾਅਦ ਵਿੱਚ ਜਦੋਂ ਬਿਹਾਰ ਤੋਂ ਲੇਬਰ ਆ ਗਈ ਤੇ ਉਹਨਾਂ ਨੇ ਵਾਹ ਕੇ ਕੱਦੂ ਕਰਕੇ ਸਗੋਂ 3 ਗੁਣਾ ਖਰਚਾ ਕਰਕੇ ਦੁਬਾਰਾ ਝੋਨਾ ਲਾ ਲਿਆ। ਹੁਣ ਉਹ ਜਿਹੜੇ ਦੂਸਰੇ ਆ ਨਾ, ਜਿਨ੍ਹਾਂ ਨੇ ਰੱਖੀ, ਜਿਨ੍ਹਾਂ ਨੂੰ ਪਤਾ ਆ, ਜਿਸ ਤਰ੍ਹਾਂ ਕਿ ਮੈਨੂੰ ਪਤਾ ਆ ਕਿ ਇਹ 35 ਦਿਨ ਦੀ ਫਸਲ ਕਿੱਦਾਂ ਦੀ ਨਜ਼ਰ ਆਉਣੀ ਆ, ਉਹਨਾਂ ਦੀ ਫਸਲ ਵਾਲ ਵੇਖ ਕੇ ਉਹ ਪਛਤਾ ਰਹੇ ਆ
ਵੀ ਇੱਕ ਤਾਂ ਅਸੀਂ ਖਰਚਾ ਜ਼ਿਆਦਾ ਕੀਤਾ ਤੇ ਇੱਕ ਸਾਡੀ ਫਸਲ ਵੀ ਇਹਨਾਂ ਵਰਗੀ ਨਹੀਂ ਹੋਈ ਜਿਹੜੀ ਸਿੱਧੀ ਬਿਜਾਈ ਦੀ ਆ। ਦੇਖੋ ਕੁਦਰਤ ਦਾ ਅਸੂਲ ਆ, ਜਿਹੜਾ ਬੀਜ ਪੁੰਗਰ ਪਿਆ ਨਾ, ਆਪਣਾ ਸਭ ਤੋਂ ਵੱਡਾ ਮਕਸਦ ਹੁੰਦਾ ਆ ਬੀਜ ਨੂੰ ਪੁੰਗਾਰਨਾ। ਜਿਹੜਾ ਬੀਜ ਪੁੰਗਰ ਪਿਆ, ਉਸ ਬੀਜ ਪੁੰਗਰੇ ਹੋਏ ਬੀਜ ਨੂੰ ਪਾਲਣਾ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ ਤੇ ਕੁਦਰਤ ਨੂੰ ਵੀ ਮੌਕਾ ਦੇਣਾ ਚਾਹੀਦਾ। ਉਹਨਾਂ ਕਿਸਾਨਾਂ ਨੂੰ ਕੀ ਸੁਝਾਅ ਦਿਓਗੇ ਜੀ ਜਿਹੜੇ ਕਿ ਹਾੜੀ ਸੌਣੀ ਦੀ ਫਸਲ ਦੇ ਵਿੱਚ ਵੀ ਹਜੇ ਵੀ ਫਸੇ ਆ, ਲੇਕਿਨ ਅਗਰ ਹਾੜੀ ਸੌਣੀ ਦੀ ਫਸਲ ਦੇ ਵਿੱਚ ਹੀ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਗਰ ਕਰਨੀਆਂ ਪੈ ਜਾਣ ਜਾਂ ਕਰ ਲੈਣ ਤਾਂ ਕੀ ਫਾਇਦਾ ਹੋਏਗਾ? ਖਾਸ ਕਰਕੇ ਛੋਟੇ ਕਿਸਾਨਾਂ ਦੀ ਗੱਲ ਕਰ ਰਹੇ ਹਾਂ। ਮੈਂ ਤੇ ਇਹਦੇ ਵਿੱਚ ਬਜਾਏ ਇਹਦੇ ਕੋਈ ਕਿਤਾਬੀ ਲੈਕਚਰ ਦੇਣ ਦੇ, ਮੈਂ ਤੇ ਉਹੀ ਬੇਨਤੀਆਂ ਕਰੂੰਗਾ ਜੋ ਅਸੀਂ ਕਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਗੁਰਦਾਸਪੁਰ ਦੇ ਵਿੱਚ 15 ਕਿਸਾਨ ਛੋਟੇ ਆ, ਰਲ ਕੇ ਅਸੀਂ ਸੰਦ ਲਏ ਆ ਤੇ ਉਹਨਾਂ ਸੰਦਾਂ ਨਾਲ ਸਾਨੂੰ ਕੋਈ ਹਊਆ ਹੀ ਨਹੀਂਗਾ ਕਿ ਪਰਾਲੀ ਨੂੰ ਪ੍ਰਬੰਧ ਕਰਕੇ ਕਣਕ ਕਿਵੇਂ ਬੀਜਣੀ ਆ, ਸਬਜ਼ੀਆਂ ਕਿਵੇਂ ਬੀਜਣੀਆਂ ਆ, ਕਣਕ ਦੇ ਨਾੜ ਦਾ ਕੀ ਕਰਨਾ ਆ, ਗੰਨੇ ਦੀ ਖੋਰੀ ਦਾ ਕੀ ਕਰਨਾ ਆ। ਜਦੋਂ ਬੰਦੇ ਦਾ ਚੰਗੀ ਇੱਕ ਸੰਗਤ 'ਚ ਆ ਜਾਂਦਾ ਨਾ ਤੇ ਚਰਚਾ 'ਚ ਆ ਜਾਂਦਾ। ਇਸੇ ਤਰ੍ਹਾਂ ਜਿਹੜਾ ਸਾਡਾ ਗਰੁੱਪ ਆ ਜੰਗ ਇਨੋਵੇਟਿਵ ਫਾਰਮਰ ਗਰੁੱਪ, ਜਿੰਨੇ ਵੀ ਉਹਦੇ ਵਿੱਚ ਬੰਦੇ ਆ ਉਹਨਾਂ ਨੂੰ ਪਹਿਲਾਂ ਤੋਂ ਹੀ ਇਹ ਸਮਝ ਆ ਗਈ ਆ। ਸਾਡੀ ਚਰਚਾ ਵੀ ਇਸ ਗੱਲ 'ਤੇ ਹੋ ਰਹੀ ਆ ਕਿ ਕਣਕ ਝੋਨੇ ਤੋਂ ਥੋੜ੍ਹਾ ਜਿਹਾ ਹੁਣ ਸ਼ਿਫਟ ਹੋ ਕੇ ਤੇ ਜਿਹਦੇ ਕੋਲ 10 ਕਿੱਲੇ ਆ ਉਹ ਕਮ ਸੇ ਕਮ 3-4 ਕਿਸਮ ਦੀਆਂ ਫਸਲਾਂ 'ਤੇ ਆਓ, ਥੋੜ੍ਹੀ ਬਹੁਤੀ ਬਾਗਬਾਨੀ ਆ ਲਾਓ। ਔਰ ਮੈਨੂੰ ਬੜੀ ਖੁਸ਼ੀ ਆ ਕਿ ਘੱਟੋ ਘੱਟ 7-8 ਮੇਰੇ ਗਰੁੱਪ ਦੇ ਮੈਂਬਰ ਜਿਹੜੇ ਨੇ ਉਹ ਆਲਰੇਡੀ ਐਸੇ ਹੀ ਕਰੋਨਾ ਕਾਲ ਦੇ ਵਿੱਚ ਹੀ ਉਹਨਾਂ ਨੇ ਬਾਗਬਾਨੀ ਵਾਲੇ ਪਾਸੇ ਆ ਵੀ ਗਏ ਆ। ਕੁਛ ਨੇ 10 ਕਿੱਲੇ ਵਾਲੇ ਨੇ 2 ਕਿੱਲੇ ਬਾਗ ਲਾ ਲਿਆ ਵਾ। ਇਹ ਸਾਰੇ ਮੈਂ ਵੀਰਾਂ ਨੂੰ ਇਹ ਬੇਨਤੀ ਇਹ ਕਰਨਾ ਚਾਹੁੰਦਾ ਆ ਇਸ ਚੈਨਲ ਦੇ ਰਾਹੀਂ ਕਿ ਭਰਾਓ ਜਿਹੜੇ ਆਰਡੀਨੈਂਸ ਆ ਸਾਰੇ ਤੁਹਾਡੇ ਸਾਹਮਣੇ ਨੇ, ਵਨ ਮੰਡੀ ਵਨ ਨੇਸ਼ਨ, ਲੈਂਡ ਸੀਲਿੰਗ ਐਕਟ ਦਾ ਤੇ ਜਾਂ ਜਿਹੜਾ ਬਿਜਲੀ ਸੁਧਾਰ ਐਕਟ ਆ। ਇਸ ਕਰਕੇ ਸਾਨੂੰ ਹੁਣ ਕੁਦਰਤੀ ਸਾਧਨ ਜਿਹੜੇ ਆ ਨਾ ਆਪਣੇ ਇੱਕ ਤਾਂ ਬਚਾਉਣੇ ਪੈਣੇ ਆ ਤੇ ਜਿਹੜਾ ਉਹਨਾਂ 'ਚੋਂ ਵਰਤਣ ਵਾਲਾ ਵਾ, ਜਿਵੇਂ ਸੂਰਜ ਦੀ ਰੋਸ਼ਨੀ ਆ। ਜੇ ਤੁਸੀਂ ਕਿਸੇ ਸਰਕਾਰ ਦੀ ਸਕੀਮ ਦਾ ਫਾਇਦਾ ਚੁੱਕ ਕੇ ਸੋਲਰ ਟਿਊਬਲ ਲਾ ਸਕਦੇ ਜੇ ਜਾਂ ਘਰ 'ਤੇ ਆਪਣੀ ਬਿਜਲੀ ਸੋਲਰ 'ਤੇ ਕਰ ਸਕਦੇ ਉਹ ਕਰ ਲਓ ਤੇ ਇਕੱਠੇ ਹੋਵੋ। ਇਕੱਠਿਆਂ ਹੋਇਆਂ ਤੋਂ ਬਗੈਰ ਗੱਲ ਨਹੀਂ ਜੇ ਬਣਨੀ। ਆਪਣਾ ਕੋਈ 15-20 ਬੰਦਿਆਂ ਦਾ ਗਰੁੱਪ ਖੜਾ ਕਰੋ, ਸੁਸਾਇਟੀ ਬਣਾ ਲਓ ਤੇ ਵੰਡ ਕਰ ਲਓ। ਸਾਰੇ ਜਾਣੇ ਜਿਹੜੀ ਆ ਉਹੀ ਜਿਹੜੀ ਫਸਲੀ ਵਿਭਿੰਨਤਾ ਆ ਜੋ ਸਾਡੇ ਬਜ਼ੁਰਗ ਕਰਦੇ ਆ ਇਹੀ, ਜਾਂ ਇਹਨੂੰ ਮੈਂ ਹੋਰ ਸੌਖੇ ਤਰੀਕੇ 'ਚ ਤੁਹਾਨੂੰ ਦੱਸਾਂ। ਕਣਕ ਝੋਨੇ ਦੇ ਸਰਕਲ ਦੇ ਵਿੱਚ ਅਸੀਂ 10% ਬਾਜ਼ਾਰ ਨੂੰ ਦੇ ਰਹੇ ਹਾਂ ਤੇ 90% ਬਾਜ਼ਾਰ ਕੋਲ ਲੈ ਰਹੇ ਹਾਂ। ਹੁਣ ਕਮ ਸੇ ਕਮ ਸਾਨੂੰ ਆਪਣੀਆਂ ਲੋੜ ਜੋਗੀਆਂ ਦਾਲਾਂ, ਸਬਜ਼ੀਆਂ, ਗੁੜ, ਤੇਲ, ਇੱਥੋਂ ਤੱਕ ਕਿ ਜਿੱਥੇ ਕਪਾਹ ਆ ਜਿਹੜੇ ਇਲਾਕੇ ਦੇ ਵਿੱਚ ਉਹ ਤੇ ਕੱਪੜਾ ਵੀ ਆਪਣਾ ਬਣਾ ਸਕਦੇ ਆ। ਹੁਣ ਸਾਨੂੰ 10% ਬਾਜ਼ਾਰ ਕੋਲ ਲੈਣਾ ਚਾਹੀਦਾ ਤੇ 90% ਬਾਜ਼ਾਰ ਨੂੰ ਦੇਣ ਵਾਲੇ ਪਾਸੇ ਤੁਰਾਂਗੇ ਤੇ ਤਾਂ ਸਾਡਾ ਬਚਾਅ ਹੋਣਾ ਆ। ਤੇ ਸਭ ਤੋਂ ਵੱਡਾ ਬਚਾਅ ਜਿਹੜਾ ਆ ਉਹ ਸਾਨੂੰ ਆਪਣੀ ਭੋਜਨ ਸੁਰੱਖਿਆ ਦਾ ਕਰਨਾ ਪੈਣਾ ਆ। ਇਹ ਜਿਹੜਾ ਕਈ ਆਦਮੀ ਗਿਣਦੇ ਆ ਇਹਨਾਂ ਨੇ ਕੁਝ ਨਹੀਂ ਰੱਖਿਆ ਮੰਨ ਲਓ ਖੇਤੀ 'ਚ, ਮੰਨ ਲਓ ਵੀ ਬਹੁਤ ਘੱਟ ਆਇਆ, ਪਰ ਜੇ ਤੁਹਾਡੇ ਘਰ ਖਾਣ ਜੋਗੇ ਦਾਣੇ, ਚੌਲ, ਤੇਲ ਬੀਜ, ਦਾਲਾਂ ਤੇ ਸਬਜ਼ੀਆਂ ਹੈਗੀਆਂ ਆ ਤੇ ਫਿਰ ਵੀ ਤੁਸੀਂ ਦੁਨੀਆ ਦੇ ਬਾਦਸ਼ਾਹ ਦੇ। ਜੇ ਤੁਸੀਂ ਕਿਸੇ ਸਟੋਰ ਦੇ ਕਿਸੇ ਕੰਪਨੀ ਦੇ ਪੱਲੇ ਪੈ ਗਏ ਤੇ ਉਹ ਜਿਹੜੇ ਪਏ ਹੋਏ ਆ ਕਿਤੇ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਉਹਨਾਂ ਦੇ ਹਾਲਾਤ ਵੇਖੋ। ਬਾਜਵਾ ਸਾਹਿਬ, ਮੇਰਾ ਲਾਸਟ ਸਵਾਲ ਹੈ ਕਿ ਮੰਡੀਕਰਨ ਜਿਹੜਾ ਹੈਗਾ ਉਹ ਵੀ ਕਹਿੰਦੇ ਬੜਾ ਜ਼ਰੂਰੀ ਹੈ ਤੇ ਜਿਹੜੀ ਸਿੱਧੀ ਬਿਜਾਈ ਦੇ ਨਾਲ ਜਦੋਂ ਝੋਨਾ ਜਾਂਦਾ ਮੰਡੀ ਦੇ ਵਿੱਚ ਜਾਂਦਾ, ਆਮ ਜਿਹੜਾ ਝੋਨਾ ਜਿਹੜਾ ਗਿਆ ਜਾਂ ਸਿੱਧੀ ਬਿਜਾਈ ਵਾਲਾ ਗਿਆ, ਉੱਥੇ ਵੀ ਕੋਈ ਰੇਟ ਦਾ ਵੀ ਕੋਈ ਫਰਕ ਹੁੰਦਾ? ਨਹੀਂ, ਵੇਖੋ ਰੇਟ ਲੱਗਣਾ ਕੁਆਲਿਟੀ ਦਾ, ਇਹ ਵੀ ਸਵਾਲ ਤੁਹਾਡਾ ਬੜਾ ਜਾਇਜ਼ ਆ। ਹੁਣ ਜੋ ਖਬਰਾਂ ਆ ਰਹੀਆਂ ਆ ਉਹ ਜਿਹੜੀ ਸਰਕਾਰ ਆ ਉਹ ਫੂਡ ਗ੍ਰੇਨਸ ਨੂੰ 3 ਵਰਗਾਂ 'ਚ ਵੰਡਣਾ ਚਾਹ ਰਹੀ ਆ, A, B, C। ਜੇ ਹੁਣ ਮੇਰਾ ਝੋਨਾ ਜਿਹੜਾ ਆ ਉਹ ਪ੍ਰੋਪਰ ਜਿਹੜੇ ਉਹਨੂੰ ਲਘੂ ਤੱਤ ਚਾਹੀਦੇ ਆ ਉਹਨਾਂ ਨਾਲ ਦੇ ਕੇ ਉਹਦੇ ਵਿੱਚ ਕੋਈ ਰੈਜੀਡਿਊਲ ਇਫੈਕਟ ਨਹੀਂ ਹੈਗਾ ਤੇ ਉਹ A ਗ੍ਰੇਡ ਦੇ ਵਿੱਚ ਆਏਗਾ, ਉਹਨੂੰ A ਗ੍ਰੇਡ ਦਾ ਹੀ ਮਿਲਣਾ ਆ ਰੇਟ, B ਵਾਲੇ ਨੂੰ B ਦਾ, C ਨੂੰ C ਨੂੰ। ਕਹਿਣ ਦਾ ਭਾਵ ਆ ਕਿ ਹੁਣ ਖੋਤੇ ਘੋੜੇ ਦਾ ਮੁੱਲ ਇੱਕੋ ਨਹੀਂ ਲੱਗਣਾ ਜੋ ਪਹਿਲਾਂ ਲੱਗਦਾ ਰਿਹਾ ਆ। ਔਰ ਇਹਦੇ ਵਿੱਚੋਂ ਇਹੀ ਤਾਂ ਸਿੱਖਣ ਵਾਲੀ ਗੱਲ ਆ। ਹੁਣ ਸਾਨੂੰ ਜਿਹੜੀ ਆਪਣੀ ਫਸਲ ਆ ਉਹ ਨਾ ਸਿਰਫ ਵਧੀਆ ਤਰੀਕੇ ਨਾਲ ਪਾਲਣੀ ਪੈਣੀ ਆ, ਉਹਦੇ ਤੱਤ ਵੀ ਠੀਕ ਰੱਖਣੇ ਪੈਣੇ ਆ, ਉਹਦੀ ਗ੍ਰੇਡਿੰਗ ਵੀ ਕਰਨੀ ਪੈਣੀ ਆ। ਤਾਈਏ ਤਾਂ ਮੈਂ ਬੇਨਤੀ ਕੀਤੀ ਆ ਵੀ ਇਹ ਹੁਣ ਇਕੱਲੇ ਕਾਰੇ ਦੀ ਖੇਡ ਨਹੀਂ ਰਹਿ ਗਈ ਜੋ ਸਿਸਟਮ ਆ। ਜਾਂ ਤਾਂ ਕੋਆਪਰੇਟਿਵ ਸੁਸਾਇਟੀਆਂ ਵਾਲੇ ਖੇਤੀ ਕਰਨਗੇ ਜਾਂ ਕਾਰਪੋਰੇਟ ਕੰਪਨੀਆਂ ਕਰਨਗੀਆਂ। ਸਾਡੇ ਇਸ ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ
ਲੋਕਾਂ ਤੱਕ, ਖਾਸ ਕਰਕੇ ਦਰਸ਼ਕਾਂ ਤੱਕ ਇਸ ਤਰ੍ਹਾਂ ਦੀਆਂ ਕੁਝ ਚੰਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੇਸ਼ ਕੀਤੀਆਂ ਜਾਣ, ਜਿਹਦੇ ਨਾਲ ਲੋਕਾਂ ਨੂੰ ਇਸ ਚੀਜ਼ ਦਾ ਕੋਈ ਫਾਇਦਾ ਹੋ ਸਕੇ। ਔਰ ਇਸ ਐਪੀਸੋਡ ਦੇ ਵਿੱਚ ਅਸੀਂ ਪਹਿਲੀ ਵਾਰੀ ਖਾਸ ਕਰਕੇ ਕਿਸਾਨਾਂ ਵਾਸਤੇ ਜਿਹੜਾ ਹੈਗਾ ਇਹ ਸਪੈਸ਼ਲ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਏ ਸੀ। ਕੀ ਕਹਿਣਾ ਚਾਹੋਗੇ ਉਹਨਾਂ ਕਿਸਾਨਾਂ ਨੂੰ ਵੀ, ਔਰ ਇਸ ਚੈਨਲ ਦੇ ਮਾਧਿਅਮ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੱਕ ਵਾਰ ਫਿਰ ਤੋਂ ਹੀ ਇਹ ਜਿਹੜਾ ਬੋਲੀ ਹੋਲੀ ਬਾਬਾ ਚੈਨਲ ਆ, ਇਹਨਾਂ ਦਾ ਤੇ ਮੈਂ ਸ਼ੁਕਰਗੁਜ਼ਾਰ ਹੈ ਹੀ ਹਾਂ, ਜਿਹੜੇ ਅੱਜ ਚੱਲ ਕੇ ਤੇ ਉਹਨਾਂ ਨੇ ਇੱਕ ਪਿਰਤ ਤੋੜੀ ਆ ਤੇ ਅੱਜ ਮੇਰੇ ਖੇਤ ਵਿੱਚ ਇਸ ਗਰਮੀ ਦੇ ਵਿੱਚ, ਇਸ ਮੁੜਕੇ ਦੇ ਵਿੱਚ ਆਏ ਨੇ ਵੇਖਣ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਆ। ਤੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਇਹੋ ਹੀ ਆ ਕਿ ਅਗਰ ਤੇ ਆਪਾਂ ਇਕੱਠੇ ਹੋ ਕੇ ਔਰ ਜੇ ਤਕਰੀਬਨ ਇੱਕ ਸਾਂਝੀ ਯੋਜਨਾ ਬਣਾ ਕੇ ਉਸ ਵੰਡ ਦੇ ਹਿਸਾਬ ਨਾਲ ਫਸਲਾਂ ਲਾ ਕੇ, ਇਹਦੇ ਵਿੱਚ ਇਲਾਕਾ ਵੀ ਸ਼ਾਮਲ ਆ, ਇਹ ਕੰਮ ਤੇ ਸਰਕਾਰ ਨੂੰ ਕਰ ਦੇਣਾ ਚਾਹੀਦਾ ਸੀ। ਪੰਜਾਬ ਨੂੰ 4 ਜ਼ੋਨਾਂ ਦੇ ਵਿੱਚ ਵੰਡਣਾ ਚਾਹੀਦਾ ਸੀ ਕਿ ਜਿੱਥੇ ਜਿੱਦਾਂ ਹੁਣ ਅੰਮ੍ਰਿਤਸਰ ਆ, ਇਹ ਸਾਡਾ ਹੈਗਾ ਵਾ ਮਟਰ, ਟਮਾਟਰ ਤੇ ਬਾਸਮਤੀ ਤੇ ਗੰਨੇ ਦਾ, ਤੇ ਮਾਲਵਾ ਜਿਹੜਾ ਆ ਉਹ ਨਰਮੇ ਵਾਸਤੇ ਸੀਗਾ, ਕੰਡੀ ਜਿਹੜਾ ਸੀਗਾ ਉਹ ਫੋਰੈਸਟ ਵਾਸਤੇ ਸੀਗਾ, ਦੁਆਬੇ ਦੇ ਵਿੱਚ ਆਲਰੇਡੀ ਆਲੂ ਗਾਜਰਾਂ ਦਾ ਸੀਗਾ। ਇਹ ਕਰ ਦੇਣੇ ਚਾਹੀਦੇ ਸੀਗੇ ਸਾਰਿਆਂ ਤੋਂ ਪਹਿਲਾਂ। ਔਰ ਪਾਣੀ ਬਾਰੇ ਜਿਹੜੀ ਅਵੇਅਰਨੈਸ ਆ, ਸਬਜ਼ੀਆਂ ਦੇ ਵਿੱਚ ਵੀ ਜਿਹੜਾ ਪਾਣੀ ਆ ਉਹ ਸਾਨੂੰ ਹੁਣ ਬੂੰਦਾਂ ਰਾਹੀਂ ਜਾਂ ਫੁਹਾਰਿਆਂ ਰਾਹੀਂ ਵਰਤਾਂਗੇ। ਹੁਣ ਤੇ ਝੋਨੇ ਵਾਸਤੇ ਬਾਗਾਂ ਤੇ ਇੱਕ ਰੇਨ ਵਾਟਰ ਗਨ ਵੀ ਆ ਗਈ ਆ। ਸੋ ਟੈਕਨੋਲੋਜੀਆਂ ਤੇ ਆ ਰਹੀਆਂ ਆ। ਦੂਜੀ ਗੱਲ ਆ ਕਿ ਜੋ ਪਿੱਛੇ ਤੋਂ ਇਸ਼ਾਰੇ ਹੋ ਵੀ ਰਹੇ, ਮੈਂ ਆਖਰੀ ਗੱਲ ਕਰਾਂਗਾ, ਸਾਡੇ ਕਣਕ ਝੋਨੇ ਦੀ ਪੰਜਾਬ ਦੇ ਦੀ ਸ਼ਾਇਦ ਹੁਣ ਕੇਂਦਰ ਸਰਕਾਰ ਨੂੰ ਲੋੜ ਨਹੀਂ ਰਹੀ, ਕਿਉਂਕਿ ਹੋਰ ਵੀ ਸੂਬੇ ਜਿਹੜੇ ਆ ਉਹ ਕਣਕ ਝੋਨਾ ਬੜਾ ਪੈਦਾ ਕਰਨ ਲੱਗ ਪਿਆ। ਸੋ ਜਦ ਤੱਕ ਤੇ MSP ਸੀਗੀ, ਸਾਡੀ ਮਜਬੂਰੀ ਹੀ ਝੋਨਾ ਲਾਉਣਾ, ਹੁਣ ਉਹ ਸਾਡੀ ਮਜਬੂਰੀ ਵੀ ਨਹੀਂ ਰਹਿਣੀ। ਇਸ ਕਰਕੇ A ਕਲਾਸ ਝੋਨਾ ਹੀ ਜਾਂ ਬਾਸਮਤੀ ਲੱਗਣੀ ਆ। ਉਹ ਬਾਸਮਤੀ ਨੂੰ ਅੰਤਰਰਾਸ਼ਟਰੀ ਮਿਆਰ ਦੇ ਮੁਤਾਬਕ ਪੈਦਾ ਕਰਨਾ, ਜਿਹੜੀਆਂ ਆਪਣੀਆਂ ਸਬਜ਼ੀਆਂ ਆ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਪੈਦਾ ਕਰਨਾ, ਬਹੁਤੀਆਂ ਜ਼ਹਿਰਾਂ ਖਾਦਾਂ ਤੋਂ ਛੁਟਕਾਰਾ ਲੈ ਕੇ। ਮੈਂ ਅਖੀਰੀ ਬੇਨਤੀ ਕਰਦਾ ਕਿ ਭਰਾਓ, ਰੱਬ ਦੇ ਵਾਸਤੇ ਆ ਜਿਹੜੇ 10-15 ਰੁੱਖ ਆ, ਇਹ ਹਰ ਇੱਕ ਬੰਦੇ ਦੀ ਜ਼ਮੀਨ 'ਚ ਹੋਣੇ ਚਾਹੀਦੇ ਆ। ਅਰਜਨ, ਸਕਚੈਨ, ਨਿੰਮ, ਸੁਹੰਜਣਾ, ਐਲੋਵੇਰਾ, ਤੁਲਸੀ, ਕੜੀ ਪੱਤਾ, ਦਾਲਚੀਨੀ, ਇਹ ਉਹ ਚੀਜ਼ਾਂ ਨੇ। ਅਰਿੰਡ ਹੋਇਆ, ਅੱਕ ਹੋਇਆ, ਇਹ ਤੁਸੀਂ ਲੱਭਣੀਆਂ ਨੇ। ਤੁਹਾਨੂੰ ਘਰ ਦਾ ਗੁੜ ਵੀ ਪੈਦਾ ਕਰਨਾ ਆ। ਤੁਹਾਨੂੰ ਜਿੰਨੇ ਵੀ ਕਲਚਰ ਨੇ, ਟ੍ਰਾਈਕੋਡਰਮਾ ਹੋਇਆ, ਸੂਡੋਮਨਾਸ ਹੋਇਆ, ਬਵੇਰੀਆ ਬਸਿਆਨਾ ਹੋਇਆ, ਵੇਸਟ ਡੀਕੰਪੋਜ਼ਰ ਹੋਇਆ, ਔਰ ਜੀਵ ਅੰਮ੍ਰਿਤ ਆ, ਗੁੜ ਜਲ ਅੰਮ੍ਰਿਤ ਆ, ਨੀਮ ਅਸਤਰ ਆ, ਇਹ ਜਿੰਨੀਆਂ ਵੀ ਚੀਜ਼ਾਂ ਆ, ਖੱਟੀ ਲੱਸੀ ਆ, ਉਹਦੇ ਤੋਂ ਕੀ ਆਪਾਂ ਬਣਾ ਸਕਦੇ ਆ, ਨਿੰਮ ਆਪਣਾ ਫਟਕੜੀ ਆ, ਹਿੰਗ ਆ, ਇਹ ਤੁਹਾਨੂੰ ਆਪਣੇ ਆਪ ਹੀ ਇਹ ਜਿਹੜੀਆਂ ਖਾਦਾਂ ਸਪਰੇਆਂ ਘਰੇ ਤਿਆਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ। ਬਾਜਵਾ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ। ਔਰ ਇਹ ਸਨ ਬਾਜਵਾ ਜੀ, ਉਹਨਾਂ ਕਿਸਾਨਾਂ ਨੂੰ ਵੀ ਸੁਝਾਅ ਦਿੱਤੇ ਨੇ ਕਿ ਜਿਹੜੇ ਤੁਸੀਂ ਵੀ ਜਿਹੜੇ ਹੈਗੇ ਆ ਸਿੱਧੀ ਫਸਲ ਜਿਹੜੀ ਹੈਗੀ ਆ ਝੋਨੇ ਦੀ ਉਹ ਬੀਜ ਸਕਦੇ ਜੇ, ਔਰ ਉਹਦੇ ਨਾਲ ਪਾਣੀ ਔਰ ਬਿਜਲੀ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਉਹ ਤੋਂ ਬਚਾਅ ਹੋ ਸਕਦਾ। ਤੋ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ। ਅਗਲੀ ਵਾਰੀ ਫਿਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਫਿਰ ਇਸ ਤਰ੍ਹਾਂ ਦੇ ਖੇਤਾਂ ਦੇ ਵਿੱਚ ਲੈ ਕੇ ਤੇ ਔਰ ਕਿਸਾਨਾਂ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦਾ ਉਜਾਗਰ ਕਰਨ ਦੀ ਕੋਸ਼ਿਸ਼ ਕਰੀਏ, ਜਿਹਦੇ ਨਾਲ ਜਿਹੜੇ ਹੈਗੇ ਕਿਸਾਨ ਜਿਹੜੇ ਹੈਗੇ ਆ ਕੁਛ ਫਾਇਦਾ ਲੈ ਸਕਣ। ਔਰ ਹੁਣ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਜੀ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ, ਮਜੀਠਾ।